ਤਾਂ ਦੋਸਤੋ ਮੇਰੇ ਨਾਲ ਇਸ ਟਾਈਮ ਮੌਜੂਦ ਹਨ ਨਗਰ ਕੌਂਸਲ ਦੇ ਕੌਂਸਲਰ ਮਨੋਜ ਕੁਮਾਰ ਮੁੰਨਾ, ਜਿਨ੍ਹਾਂ ਦੇ ਮਾਤਾ ਜੀ ਵੀ ਕੌਂਸਲਰ ਹਨ। ਤਾਂ ਮੁੰਨਾ ਜੀ, ਇੱਕ ਮੈਂ ਇੱਥੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗਾ ਕਿ ਜਿੱਥੇ ਤੁਸੀਂ ਹਰ ਵਕਤ ਮੇਰੀ ਇੰਟਰਵਿਊ ਦੇ ਦੌਰਾਨ ਹੀ, ਮੇਰੇ ਚੈਨਲ ਦੇ ਦੌਰਾਨ ਵੀ ਇਹੀ ਕਹਿੰਦੇ ਹੋ ਕਿ ਮੈਂ ਹਮੇਸ਼ਾ ਹੀ ਐਮਐਲਏ ਦੇ ਨਾਲ ਖੜਾ ਹਾਂ, ਪਰ ਜਦੋਂ ਵੀ ਐਮਐਲਏ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮੰਡੀ ਵਿੱਚ ਆਉਂਦੇ ਆ ਤਾਂ ਤੁਹਾਡੀ ਗੈਰ ਹਾਜ਼ਰੀ ਰਹਿੰਦੀ ਹੈ। ਇਸ ਦਾ ਕਾਰਨ ਕੀ ਹੈ ਸਰ? ਸਭ ਤੋਂ ਪਹਿਲਾਂ ਤਾਂ ਥੈਂਕ ਯੂ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ, ਤੇ ਨਾਲ ਹੀ ਸਾਡੇ ਵੀਰ ਪ੍ਰਿਤਪਾਲ ਸਿੰਘ ਜੀ ਦਾ ਜੋ ਵੱਖ-ਵੱਖ ਮੁੱਦਿਆਂ ਨੂੰ ਆਪਣੇ ਚੈਨਲ ਰਾਹੀਂ ਉਠਾਉਂਦੇ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਵੀਰ ਜੀ, ਇਸ ਗੱਲ 'ਚ ਕੋਈ ਦੋ ਰਾਏ ਨਹੀਂ, ਅਸੀਂ ਕੱਲ੍ਹ ਵੀ ਬਾਈ ਜੀ ਦੇ ਨਾਲ ਸੀ, ਅੱਜ ਵੀ ਬਾਈ ਜੀ ਦੇ ਨਾਲ ਹਾਂ, ਤੇ ਆਉਣ ਵਾਲੇ ਵਕਤ 'ਚ ਵੀ ਬਾਈ ਜੀ ਦੇ ਨਾਲ ਹੀ ਰਹਾਂਗੇ। ਜਿਹੜੀ ਗੱਲ ਤੁਸੀਂ ਗੈਰ ਹਾਜ਼ਰੀ ਦੀ ਕਰ ਰਹੇ ਹੋ, ਦੇਖੋ ਮੈਂ ਪਿਛਲੀ ਤੁਹਾਡੀ ਇੰਟਰਵਿਊ 'ਚ ਵੀ ਇਹੀ ਗੱਲ ਕਹੀ ਸੀ ਵੀ ਕੁਛ ਮੁੱਦੇ ਇੱਦਾਂ ਦੇ ਹੁੰਦੇ ਆ ਵੀ ਜਿਹੜੇ ਐਮਐਲਏ ਸਾਹਿਬ ਦੇ ਧਿਆਨ 'ਚ ਹੀ ਨਹੀਂ। ਹੁਣ ਸ਼ਾਇਦ ਤੁਹਾਡੇ ਵੀ ਧਿਆਨ 'ਚ ਨਹੀਂ। ਜੋ ਪੱਤਰਕਾਰਿਤਾ ਹੈਗੀ ਆ, ਇਹ ਲੋਕਤੰਤਰ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਆ, ਤੇ ਕੋਸ਼ਿਸ਼ ਵੀ ਤੁਹਾਡੀ ਇਹੀ ਰਹਿੰਦੀ ਹੈ ਵੀ ਲੋਕਤੰਤਰ ਨੂੰ ਜਿਉਂਦਾ ਰੱਖਿਆ ਜਾਵੇ, ਪਰ ਲੋਕਤੰਤਰ ਜਿਉਂਦਾ ਹੈ ਨਹੀਂ ਗਾ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਉਹ ਟੈਂਡਰ ਦੀ ਗੱਲ ਹੋਈ ਸੀ ਆਪਣੀ 75 ਤੇ 1 ਕਰੋੜ 10 ਲੱਖ ਵਾਲੀ, 8 ਲੱਖ ਰੁਪਏ ਵਾਲੀ ਧਾਰਾ 35 ਦੇ ਤਹਿਤ ਵਾਲੀ, ਇਹ ਸਾਰਾ ਸਿਸਟਮ ਤੁਸੀਂ ਹੁਣ ਐਂ ਦੇਖੋ, ਤੁਸੀਂ ਕਹੋਗੇ ਮੁੱਦਾ ਭਟਕ ਗਿਆ। ਮੁੱਦਾ ਨਹੀਂ ਭਟਕਿਆ, ਮੁੱਦਾ ਉਸ ਮੁੱਦੇ 'ਤੇ ਵੀ ਮੈਂ ਆਊਂਗਾ, ਪਰ ਮੈਂ ਤੁਹਾਨੂੰ ਪਹਿਲਾਂ ਨਿਗਾਹ ਕਰਾ ਦਾਂ ਵੀ ਕੀ ਕਾਰਨ ਆ। ਤੁਸੀਂ ਇਹ ਚੀਜ਼ ਦੇਖੋ ਵੀ ਪਿਛਲੇ ਲਗਭਗ 20 ਦਿਨਾਂ ਤੋਂ ਡੇਂਗੂ ਦੀ ਮਹਾਮਾਰੀ ਜਿਹੜੀ ਚੱਲੀ ਹੋਈ ਆ ਆਪਣੀ ਗੁਨਿਆਣਾ ਮੰਡੀ 'ਚ ਬਹੁਤ ਹੀ ਪੂਰਾ ਇਲਾਕਾ ਜ਼ਿਲ੍ਹਾ ਹੈ, ਬਠਿੰਡਾ ਜ਼ਿਲ੍ਹਾ ਹੈ, ਪੂਰੀ ਤਰ੍ਹਾਂ ਪ੍ਰਭਾਵਿਤ ਹੈ ਸਰ। ਪਰ ਖਾਸ ਕਰਕੇ ਸਾਡੀ ਮੰਡੀ, ਕਿਉਂਕਿ ਅਸੀਂ ਮੰਡੀ ਦੇ ਵਸਨੀਕ ਹੈਗੇ ਆਪਾਂ ਮੰਡੀ ਦੀ ਹੀ ਗੱਲ ਕਰਾਂਗੇ, ਆਪਾਂ ਇੱਥੋਂ ਦੇ ਵਸਨੀਕ। ਮੰਡੀ 'ਚ ਦਿਨੋਂ ਦਿਨ ਕੇਸ ਵੱਧਦੇ ਜਾਂਦੇ, ਇੱਥੋਂ ਤੱਕ ਕਿ 2-3 ਮੌਤਾਂ ਵੀ ਡੇਂਗੂ ਕਰਕੇ ਹੋ ਚੁੱਕੀਆਂ। ਮੇਰੇ ਆਪ ਦੇ ਪਰਿਵਾਰ ਦੇ ਵਿੱਚ 2 ਡੇਂਗੂ ਪੇਸ਼ੈਂਟ ਪਏ ਆ, ਮੈਨੂੰ ਵੀ ਕੋਲਡ ਕਰਕੇ ਤੁਹਾਨੂੰ ਆਵਾਜ਼ ਦਾ ਵੀ ਪਤਾ ਲੱਗਦਾ ਹੋਣਾ। ਮੇਰੇ ਕਹਿਣ ਦਾ ਮਤਲਬ, ਜਦੋਂ ਧਾਰਾ 35 ਲਾ ਕੇ ਆਪਾਂ 8 ਲੱਖ ਦੇ ਬਿੱਲ ਪਾਸ ਕਰ ਸਕਦੇ ਹਾਂ ਜਾਲੀ, ਤਾਂ ਫਿਰ ਆਪਾਂ ਧਾਰਾ 35 ਲਾ ਕੇ ਜਿਹੜਾ ਅੱਜ ਇਹਨਾਂ ਨੇ ਆਪਣੇ ਉਹ ਲਿਆਂਦਾ ਹੈਗਾ, ਕੀ ਨਾਮ ਉਹਦਾ, ਫੋਗਿੰਗ ਮਸ਼ੀਨ ਲਿਆਂਦੀ ਹੈਗੀ ਆ, ਜੋ ਫੋਗਿੰਗ ਮਸ਼ੀਨ ਲਿਆਂਦੀ ਆ, ਇਹ ਮਸ਼ੀਨ ਅੱਜ ਤੋਂ 10 ਦਿਨ ਪਹਿਲਾਂ ਵੀ ਆ ਸਕਦੀ ਸੀ। ਜਿਹੜੀਆਂ 2-3 ਮੌਤਾਂ ਹੋਈਆਂ ਹੈਗੀਆਂ ਮੰਡੀ ਦੇ ਵਿੱਚ, ਉਹ ਜਿਹੜਾ ਘਾਟਾ ਮੰਡੀ ਨੂੰ, ਉਹਨਾਂ ਦੇ ਖਾਸ ਕਰਕੇ ਜਿਨ੍ਹਾਂ ਦੇ ਮੌਤ ਹੋਈ ਉਹਨਾਂ ਦੇ ਪਰਿਵਾਰਾਂ ਨੂੰ ਪਿਆ, ਹੋ ਸਕਦਾ ਇਹ ਘਾਟੇ ਤੋਂ ਉਹ ਪਰਿਵਾਰ ਬਚ ਜਾਂਦੇ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਇਕੱਠੀਆਂ ਕਰੋਗੇ ਨਾ, ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਵੀ ਕੀ ਕਾਰਨ ਆ। ਰਹੀ ਗੱਲ, ਮੈਂ ਵਿੱਚ ਗੱਲ ਕੱਟਨੇ ਆ ਮਨੋਜ ਕੁਮਾਰ ਜੀ ਤੁਹਾਡੀ, ਔਰ ਮੈਂ ਇਹ ਵੀ ਨਹੀਂ ਕਹਾਂਗਾ ਕਿ ਆਪਾਂ ਮੁੱਦੇ ਤੋਂ ਭਟਕ ਗਏ ਹਾਂ। ਮੈਂ ਇਹ ਕਹਾਂਗਾ ਇਹ ਵੀ ਤੁਹਾਡਾ ਮੁੱਦਾ ਬੜਾ ਹੀ ਮੈਨੂੰ ਕਹਿ ਸਕਦਾ ਕਿ ਲੋਕਾਂ ਦੇ ਲਈ ਉਠਾਉਣ ਵਾਲੀ ਆਵਾਜ਼ ਹੈ। ਪਰ ਇੱਥੇ ਮੈਂ ਤੁਹਾਨੂੰ ਕਹਾਂਗਾ ਕਿ ਸਰ, ਤੁਸੀਂ ਐਜ਼ ਏ ਕੌਂਸਲਰ ਆਪਣੀ ਕੀ ਭੂਮਿਕਾ ਨਿਭਾਈ? ਕੀ ਤੁਹਾਨੂੰ ਲੱਗਦਾ ਨਹੀਂ ਸੀ ਕਿ ਜੇ ਮਸ਼ੀਨ ਨਹੀਂ ਆਈ ਤਾਂ ਤੁਸੀਂ ਉਹਦਾ ਪ੍ਰਪੋਜ਼ਲ ਪ੍ਰਧਾਨ ਹਨ ਨਗਰ ਕੌਂਸਲ ਦੇ, ਉਹਨਾਂ ਨੂੰ ਵਿੱਚ ਰੱਖਣਾ ਸੀ? ਜਾਂ ਜਿਹੜੇ ਤੁਸੀਂ 7 ਕੌਂਸਲਰ ਹੋ, ਉਹਨਾਂ ਨੇ ਇਸ ਚੀਜ਼ ਨੂੰ ਕਿਉਂ ਨਹੀਂ ਮੁੱਦਾ ਬਣਾਇਆ ਜਾਂ ਕਿਉਂ ਨਹੀਂ ਉਠਾਇਆ ਕਿ ਤੁਹਾਡਾ ਹੱਕ, ਤੁਹਾਡਾ ਜਿਹੜਾ ਰਾਜਨੀਤੀ ਦੇ ਵਿੱਚ ਮੈਂ ਕਹਾਂਗਾ ਔਰ ਸਮਾਜਿਕ ਦੇ ਵਿੱਚ ਪੂਰਾ ਅਧਿਕਾਰ ਹੈ, ਤੁਹਾਨੂੰ ਵੀ ਪੂਰਾ ਅਧਿਕਾਰ ਹੈ, ਤਾਂ ਫਿਰ ਤੁਸੀਂ ਇਸ ਚੀਜ਼ ਤੋਂ ਵਾਂਝੇ ਕਿਉਂ ਰਹਿ ਜਾਂਦੇ ਹੋ? ਵੀ ਮੌਕਾ ਕਿਉਂ ਖੁੰਝਣ ਦਿੰਦੇ ਹੋ? ਵੀਰ ਜੀ, ਸੁਣਵਾਈ ਕਿੱਥੇ ਆ? ਨਾਲੇ ਕਿਹੜੇ ਪ੍ਰਧਾਨ ਦੀ ਗੱਲ ਕਰਦੇ ਹੋ ਤੁਸੀਂ? ਪ੍ਰਧਾਨ ਸਾਡੀ ਮੰਡੀ ਦਾ ਪ੍ਰਧਾਨ ਬਣਿਆ ਹੀ ਨਹੀਂ ਕੋਈ। ਰਹੀ ਗੱਲ ਅਸੀਂ ਮੁੱਦਾ ਉਠਾਉਣ ਦੀ, ਲਗਭਗ ਅਸੀਂ ਈਓ ਦੇ ਧਿਆਨ 'ਚ 5 ਵਾਰ ਲਿਆ ਚੁੱਕੇ ਹਾਂ, ਕਿਉਂਕਿ ਸਾਡਾ ਕਾਰਜ ਸਾਧਕ ਅਫਸਰ ਹੈਗਾ, ਸਾਡੀ ਮੰਡੀ ਦਾ ਮਾਲਕ ਹੈਗਾ, ਉਹਨੂੰ ਅਸੀਂ ਘੱਟੋ ਘੱਟ 5 ਵਾਰ ਇਹ ਗੱਲ ਕਹਿ ਚੁੱਕੇ ਹਾਂ ਵੀ ਈਓ ਸਾਹਿਬ, ਮੰਡੀ 'ਚ ਬਹੁਤ ਬੁਰਾ ਹਾਲ ਹੈਗਾ, ਇਹਨੂੰ ਤੁਸੀਂ ਧਿਆਨ 'ਚ ਲਓ। ਪਹਿਲੀ ਗੱਲ ਤਾਂ ਈਓ ਸਾਹਿਬ ਆਉਂਦੇ ਨਹੀਂ। ਕਾਰਨ ਕੀ ਆ? ਮੁੱਦੇ ਕਈ ਆ ਇੱਥੇ ਨਗਰ ਕੌਂਸਲ 'ਚ, ਦਿਨੋਂ ਦਿਨ ਰੋਜ਼ ਨਵੇਂ ਘਪਲੇ ਹੁੰਦੇ ਹੈਗੇ ਆ। ਮੈਂ ਮਨੋਜ ਜੀ ਫਿਰ ਤੁਹਾਨੂੰ ਕਹਾਂਗਾ ਕਿ ਜੋ ਅੱਜ ਦਾ ਮੇਰਾ ਵਿਸ਼ਾ, ਆਪਾਂ ਉਸ ਤੇ ਸੰਬੰਧਿਤ ਰਹੀਏ। ਇਸ ਤੋਂ ਬਾਅਦ ਜਦੋਂ ਵੀ ਆਪਾਂ ਨੈਕਸਟ ਜੋ ਵੀ ਤੁਹਾਡੇ ਮੁੱਦੇ ਹਨ ਜਾਂ ਜਿਨ੍ਹਾਂ ਤੇ ਤੁਸੀਂ ਵਿਚਾਰ ਚਰਚਾ ਕਰਨਾ ਚਾਹੁੰਦੇ ਹੋ, ਆਪਾਂ ਖੁੱਲ੍ਹ ਕੇ ਉਸ ਤੇ ਵਿਚਾਰ ਚਰਚਾ ਕਰਾਂਗੇ। ਮੇਰਾ ਹੁਣ ਤੁਹਾਡੇ ਤੱਕ ਕੁਐਸਚਨ ਇਹ ਸੀ ਕਿ ਤੁਸੀਂ ਇਸ ਚੀਜ਼ ਨੂੰ ਕਿਉਂ ਨਹੀਂ ਉਠਾਇਆ? ਲੋਕਾਂ ਦੀ ਆਵਾਜ਼ ਤੁਸੀਂ ਕਿਉਂ ਨਹੀਂ ਬਣੇ? ਔਰ ਮੈਂ ਇਹ ਵੀ, ਜਿੱਥੇ ਤੁਸੀਂ ਮੀਡੀਆ ਨੂੰ ਕਹਿ ਰਹੇ ਹੋ ਕਿ ਤੁਹਾਨੂੰ ਵੀ ਬੇਧਿਆਨੀ ਹੈ, ਤਾਂ ਇਹ ਧਿਆਨ ਵੀ ਸਰ ਠੀਕ ਹੈ, ਅਸੀਂ ਆਪਦੀ ਡਿਊਟੀ ਨਿਭਾ ਰਹੇ ਹਾਂ, ਤਾਂ ਤੁਸੀਂ, ਤੁਹਾਡਾ ਵੀ ਫਰਜ਼ ਬਣਦਾ ਸੀ ਇੱਕ ਕੌਂਸਲਰ ਦੇ ਰੂਪ ਦੇ ਵਿੱਚ, ਇੱਕ ਵਸਨੀਕ ਹੋਣ ਦੇ ਰੂਪ ਦੇ ਵਿੱਚ, ਤੁਸੀਂ ਉਸ ਨੂੰ ਚੀਜ਼ ਨੂੰ ਮੁੱਦਾ ਉਠਾਉਂਦੇ ਅਤੇ ਜਿਹੜੀ ਮਸ਼ੀਨ ਲੇਟ ਆਈ ਹੈ ਉਸ ਨੂੰ ਪਹਿਲਾਂ ਖਰੀਦ ਕਰਵਾਉਂਦੇ। ਬਿਲਕੁਲ,
ਲਗਭਗ ਅੱਜ ਤੋਂ 10 ਦਿਨ ਪਹਿਲਾਂ ਸੇਠ ਕਸ਼ਮੀਰੀ ਲਾਲ ਜੀ ਸਾਡੇ ਐਮਸੀ ਨੇ, ਇਹਨਾਂ ਨੇ ਇੱਕ ਪੱਤਰਕਾਰ ਵੀਰ ਨੂੰ ਫੋਨ ਮਾਰਿਆ ਸੀਗਾ, ਉਹਨਾਂ ਨੂੰ ਕਿਹਾ ਸੀ, ਉਹ ਕਹਿੰਦੇ ਵੀ ਨਿਊਜ਼ ਲਗਾ ਦਾਂਗੇ, ਕੋਈ ਗੱਲ ਨਹੀਂ, ਪਰ ਉਹ ਨਿਊਜ਼ ਲੱਗੀ ਨਹੀਂ। ਤੁਹਾਡੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਹੋ ਨਹੀਂ ਪਾਇਆ, ਠੀਕ ਹੈ, ਰੁਝੇਵਿਆਂ 'ਚ, ਕਿਉਂਕਿ ਹੁਣ ਸੀਜ਼ਨ ਦਾ ਟਾਈਮ ਹੈਗਾ, ਹਰ ਬੰਦਾ ਬਿਜ਼ੀ ਹੋ ਗਿਆ, ਉਹਦੇ ਕਰਕੇ ਰੁਝੇਵਿਆਂ ਦੇ ਕਰਕੇ ਟਾਈਮ ਨਹੀਂ ਲੱਗ ਪਾਇਆ, ਕਿਉਂਕਿ ਕਸ਼ਮੀਰੀ ਲਾਲ ਜੀ ਦਾ ਵੀ ਤੁਹਾਨੂੰ ਪਤਾ ਹੀ ਹੈਗਾ, ਠੀਕ ਹੈ, ਇਸ ਟਾਈਮ ਹਾਂਜੀ ਬਿਜ਼ਨਸਮੈਨ ਨੇ, ਪਰ ਫਿਰ ਵੀ ਉਹ ਆਪਣੇ ਟਾਈਮ ਜ਼ਿਆਦਾਤਰ ਲੋਕਾਂ ਦੇ ਹਾਂਜੀ ਸਮਾਜ ਨੂੰ ਦੇ ਰਹੇ ਨੇ। ਤੇ ਰਹੀ ਗੱਲ ਜਿਹੜੀ ਤੁਸੀਂ ਮੁੱਦਿਆਂ ਦੀ, ਇਹ ਜਿਹੜੀ ਤੁਸੀਂ ਗੱਲ ਕਹੀ ਵੀ ਇਹਨਾਂ ਦੇ, ਇਹਦੇ ਤੇ ਆਪਾਂ ਵੀ ਬਾਅਦ ਚ ਵਿਚਾਰ ਚਰਚਾ ਕਰਾਂਗੇ। ਉਹ ਵਿਚਾਰ ਚਰਚਾ ਇਹਦੇ ਤੇ ਕਿਉਂ ਮੈਂ ਇਹਨੂੰ ਲੈ ਕੇ ਆਇਆ ਵਿੱਚ, ਈਓ ਦੇ ਨਾਂ ਆਉਣ ਦਾ ਕਾਰਨ ਇਹੀ ਆ ਮੰਡੀ ਦੇ ਵਿੱਚ, ਕਿਉਂਕਿ ਮੰਡੀ ਦੇ ਵਿੱਚ ਕੀ ਪੂਰੇ ਪੰਜਾਬ 'ਚ ਬੇਰੁਜ਼ਗਾਰੀ ਦਾ ਹੈਗੀ ਆ, ਇੱਕ ਮੁੱਦਾ ਹੈ। ਪੂਰੇ ਭਾਰਤ ਦੀ ਗੱਲ ਕਰਾਂਗੇ ਸਰ, ਮੈਂ ਇਕੱਲੇ ਪੰਜਾਬ ਨੂੰ ਵੀ ਨਹੀਂ, ਪੂਰੇ ਭਾਰਤ 'ਚ ਇੱਕ ਮੁੱਦਾ ਬੇਰੁਜ਼ਗਾਰੀ ਦਾ ਹੈ। ਕਰੋਨਾ ਨੇ ਸਾਨੂੰ ਮਾਰ ਐਡੀ ਮਾਰੀ। ਅਸੀਂ ਪਿਛਲੀ ਮੀਟਿੰਗ, ਹੁਣ ਤੁਸੀਂ ਇਹ ਗੱਲ ਨਾ ਵਿੱਚੋਂ ਕੱਟਿਓ ਨਾ, ਕਿਉਂਕਿ ਫਿਰ ਪਤਾ ਨਹੀਂ ਕਦੋਂ ਸਬੱਬ ਬਣੇ। ਅਸੀਂ ਪਿਛਲੀ ਮੀਟਿੰਗ ਦੇ ਵਿੱਚ ਜਦੋਂ ਮਤੇ ਪਾਸ ਕੀਤੇ ਗਏ, ਉਹਦੇ ਵਿੱਚ ਇੱਕ ਮਤਾ ਸੀਗਾ ਕਲੈਰੀਕਲ ਸਟਾਫ ਦਾ। ਉਹ ਸਟਾਫ ਦੇ ਵਿੱਚ ਮੈਂ ਜਦੋਂ ਮੀਟਿੰਗ ਦੇ ਵਿੱਚ ਬੋਲਿਆ, ਮੈਂ ਕਿਹਾ ਢਿੰਗੜਾ ਸਾਹਿਬ, ਇੱਥੇ ਸਿਰਫ ਆਪਾਂ 2 ਬੰਦੇ ਰੱਖਣੇ ਜਿਹੜੇ ਪਿਛਲੇ 3 ਸਾਲਾਂ ਤੋਂ ਆਪਾਂ ਨੂੰ ਸੇਵਾ ਦੇ ਰਹੇ ਆ। ਇੱਕ ਤਾਂ ਸਾਡੇ ਗਗਨਦੀਪ ਸਿੰਘ ਜੀ ਹੈਗੇ ਆ, ਤੇ ਇੱਕ ਸਾਡੇ ਲੜਕੀ ਹੈਗੀ ਆ ਸ਼ੀਤਲ ਜਾਦਵ, ਉਹ ਪਿਛਲੇ 3 ਸਾਲਾਂ ਤੋਂ ਸਾਨੂੰ ਸੇਵਾ ਦੇ ਰਹੇ ਆ। ਇਸ ਤੋਂ ਵੱਧ ਆਪਾਂ ਬੰਦੇ ਨਹੀਂ ਰੱਖਣੇ। ਉਹ ਕੰਟਰੈਕਚੁਅਲ ਹੈ ਜੀ? ਹਾਂਜੀ। ਪਰ ਢਿੰਗੜਾ ਸਾਹਿਬ ਨੇ ਇਹ ਗੱਲ ਕਹੀ ਆ ਵੀ ਇੱਥੇ ਜਦੋਂ ਆਪਾਂ ਬੰਦੇ ਰੱਖਾਂਗੇ ਤਾਂ ਉੱਥੇ ਮੀਟਿੰਗ ਆਪਣਾ ਕਮੇਟੀ ਬਣਾ ਕੇ ਬੰਦੇ ਰੱਖੇ ਜਾਣਗੇ। ਪਰ ਹੋਇਆ ਕੀ, ਉਦੋਂ ਉਲਟ। ਤੁਸੀਂ ਹੁਣ ਨਗਰ ਕੌਂਸਲ 'ਚ ਜਾਓਗੇ, ਸਾਡੇ 2 ਐਮਸੀਆਂ ਦੇ ਬਲੱਡ ਰਿਲੇਸ਼ਨ ਦੇ ਸਕੇ ਆਪਣੇ ਜਾਏ ਹੋਏ ਬੱਚੇ ਨਗਰ ਕੌਂਸਲ ਦੇ ਵਿੱਚ ਇਸ ਟਾਈਮ ਇੱਕ ਤਾਂ ਪੀਐਨ ਦੇ ਤੌਰ ਤੇ ਇੱਕ ਚੌਕੀਦਾਰ ਦੇ ਤੌਰ ਤੇ ਕੰਮ ਕਰ ਰਿਹਾ। ਇਹ ਸਾਡੇ ਇਹਨਾਂ ਮੁੱਦਿਆਂ ਨੂੰ ਲੈ ਕੇ ਈਓ ਸਾਡੇ ਕੋਲ ਹਾਜ਼ਰ ਹੀ ਨਹੀਂ ਹੁੰਦਾ। ਤੁਹਾਡਾ ਕਹਿਣ ਦਾ ਭਾਵ ਹੈ ਕਿ ਈਓ ਨੇ ਜੋ ਨਗਰ ਕੌਂਸਲ ਦੇ ਵਿੱਚ ਤੁਹਾਡਾ ਕਾਟੋ ਕਲੇਸ਼ ਚੱਲ ਰਿਹਾ, ਉਸ ਦੇ ਚਲਦੇ ਉਹ ਨਗਰ ਕੌਂਸਲ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਔਰ ਮੁੱਦਿਆਂ ਨੂੰ ਨਹੀਂ ਛੂੰਹਦੇ। ਅੱਛਾ, ਚਲੋ ਇਸ ਬਾਰੇ ਆਪਾਂ ਫਿਰ ਵਿਚਾਰ ਚਰਚਾ, ਮੈਂ ਤੁਹਾਡੇ ਨਾਲ ਫਿਰ ਕਹਿ ਰਿਹਾ ਸਰ, ਆਪਾਂ ਫਿਰ ਤੁਹਾਡੇ ਨਾਲ ਇੱਕ ਵਾਰੀ ਵਿਚਾਰ ਚਰਚਾ ਕਰਾਂਗੇ। ਤਾਂ ਅੱਜ ਦਾ ਜੋ ਮੇਰਾ ਕੁਐਸਚਨ ਸੀ ਤੁਹਾਡੇ ਤੱਕ, ਜੋ ਮੇਰਾ ਪ੍ਰਸ਼ਨ ਸੀ ਤੁਹਾਡੇ ਤੱਕ, ਕਿ ਗੈਰ ਹਾਜ਼ਰੀ ਤੁਹਾਡੀ ਰਹਿੰਦੀ ਹੈ ਜਦੋਂ ਵੀ ਕੋਈ ਨਗਰ ਕੌਂਸਲ ਦਾ ਕੰਮ ਹੁੰਦਾ ਹੈ ਜਾਂ ਕੋਈ ਪ੍ਰੋਗਰਾਮ ਹੁੰਦਾ, ਜਾਂ ਖਾਸ ਕਰਕੇ ਜਦੋਂ ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਇੱਥੇ ਸ਼ਿਰਕਤ ਕਰਦੇ ਹਨ ਤਾਂ ਤੁਹਾਡੀ ਗੈਰ ਹਾਜ਼ਰੀ ਰਹਿੰਦੀ ਹੈ। ਔਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਨਾਲ ਹਾਂ। ਕੱਲ ਵੀ ਜੇ ਮੈਂ ਗੱਲ ਕਰਾਂ ਤਾਂ ਕੱਲ ਵੀ ਜੇ ਇਹ ਕਾਰਜ ਹੋਏ ਤਾਂ ਸਮਾਜ ਦੇ ਪ੍ਰਤੀ ਕਾਰਜ ਨੇ। ਬਿਲਕੁਲ ਸਮਾਜ ਦੇ ਪ੍ਰਤੀ ਕਾਰਜ ਨੇ। ਮੈਂ ਤੁਸੀਂ ਇਹ ਤੋਂ ਪਹਿਲਾਂ ਵੀ ਦੇਖਿਆ ਹੋਊਗਾ, ਮੈਨੂੰ 7 ਸਾਲ ਹੋ ਗਏ ਜੀ, ਠੀਕ ਹੈ। ਪਿਛਲੇ ਟਰਮ 'ਚ ਮੰਮਾ ਜੀ ਐਮਸੀ ਸੀ ਤੇ ਹੁਣ ਅਸੀਂ ਦੋਨੇ ਆ। 7 ਸਾਲ ਹੋ ਗਏ। ਤੁਸੀਂ ਮੈਨੂੰ ਕਦੇ ਕਿਸੇ ਉਹਦੇ 'ਚ ਦੇਖਿਆ ਹੈਗਾ ਵੀ ਜਿੱਥੇ ਕੋਈ ਉਦਘਾਟਨ ਹੁੰਦਾ ਹੋਵੇ ਤੇ ਮੁੰਨਾ ਹੋਵੇ? ਕਿਉਂਕਿ ਜਦੋਂ ਕੋਈ ਉਦਘਾਟਨ ਹੁੰਦਾ, ਦੇਖੋ ਮੇਰਾ ਏਰੀਆ ਬਹੁਤ ਵੱਡਾ, ਮੇਰੇ ਕੋਲ ਹਰ ਬੰਦਾ ਆਉਂਦਾ ਹੈਗਾ ਤੇ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ। ਚਲੋ, ਇਸ ਦਾ ਕਾਰਨ ਕੀ ਹੈ ਸਰ? ਮਤਲਬ ਕਿ ਤੁਸੀਂ ਕਿਸੇ ਵੀ ਉਦਘਾਟਨ ਕਰਨ ਦੇ ਵਿੱਚ ਜਾਂ ਕਿਸੇ ਵੀ ਰਸਮ ਦੇ ਵਿੱਚ ਨਹੀਂ ਜਾਂਦੇ? ਮੈਂ ਬਹੁਤ ਘੱਟ, ਤੁਹਾਨੂੰ ਬਹੁਤ ਘੱਟ ਦਿਖਾਈ ਦਊਂਗਾ। ਮੈਂ ਪਿਛਲੇ 7 ਸਾਲਾਂ ਤੋਂ ਦੇਖ ਲਓ, ਤੁਸੀਂ ਬਹੁਤ ਘੱਟ ਦਿਖਾਈ ਦਊਂਗਾ। ਚਲੋ, ਇਹਦਾ ਹੁਣ ਇਸ ਦਾ ਜਵਾਬ ਮੈਂ ਇਹੀ ਸਮਝਾ ਕਿ ਤੁਸੀਂ ਉਦਘਾਟਨ ਸਮਾਰੋਹ ਦੇ ਵਿੱਚ ਨਹੀਂ ਜਾਂਦੇ, ਇਸ ਕਰਕੇ ਤੁਸੀਂ ਕੱਲ ਹਾਜ਼ਰ ਨਹੀਂ ਹੋਏ। ਕੱਲ ਹਾਜ਼ਰ ਸਾਨੂੰ ਕੱਲ ਕੋਈ ਵੀ ਕਾਂਗਰਸ ਪਾਰਟੀ ਵੱਲੋਂ ਕੋਈ ਸਾਨੂੰ ਮੈਸੇਜ ਨਹੀਂ ਲੱਗਿਆ। ਸਾਡੇ ਸਿਟੀ ਪ੍ਰਧਾਨ ਜੀ ਰਾਜ ਜੀ ਨੇ, ਉਹ ਵੀ ਕਿਤੇ ਢਿੱਲੇ ਮਿੱਠੇ ਸੀਗੇ, ਉਹਦੇ ਕਰਕੇ ਸਾਨੂੰ ਮੈਸੇਜ ਨਹੀਂ ਆਇਆ। ਤੇ ਰਹੀ ਗੱਲ ਜੋ ਆਪਣੇ ਨੀਂਹ ਪੱਥਰ ਰੱਖਿਆ ਗਿਆ ਹੈਗਾ, ਉਹ ਤੁਸੀਂ ਨੀਂਹ ਪੱਥਰ ਦੇਖੋ, ਉਹ ਲਿਖਿਆ ਗਿਆ ਹੈਗਾ ਵੀ ਮੰਡੀ ਦੇ ਵਿਕਾਸ ਦੇ ਕੰਮਾਂ ਲਈ 2 ਕਰੋੜ 10 ਲੱਖ ਰੁਪਏ ਦੀ ਗ੍ਰਾਂਟ, ਪਰ ਜਦ ਕਿ ਉਹਦੇ ਵਿੱਚ ਸਿਰਫ ਤੇ ਸਿਰਫ 4 ਵਾਰਡਾਂ ਦੇ ਕੰਮ ਨੇ। 4 ਵਾਰਡਾਂ ਦੇ ਕੰਮ ਨੇ ਤੇ ਇੱਕ ਕੰਮ ਉਹਦੇ ਵਿੱਚ ਇਦਾਂ ਦਾ ਵੀ ਪਾਇਆ ਹੋਇਆ, ਸੁਰਜੀਤ ਐਮਸੀ ਵਾਲੀ ਗਲੀ, ਜੋ ਪਹਿਲਾਂ ਆਲਰੇਡੀ ਹੋ ਚੁੱਕਿਆ ਕੰਮ ਹੋ ਚੁੱਕਿਆ, ਜੋ ਪਹਿਲਾਂ ਆਲਰੇਡੀ। ਇਹਦੇ ਵਿੱਚ ਸਿਰਫ 4 ਵਾਰਡਾਂ ਦੇ ਕੰਮ ਨੇ, ਜ਼ਿਆਦਾ ਨਹੀਂ। ਰਹੀ ਗੱਲ ਉੱਥੇ ਪਹੁੰਚਣ ਦੀ, ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋ ਚੁੱਕੀ ਹੈ। ਐਮਐਲਏ ਸਾਹਿਬ ਦੇ ਧਿਆਨ 'ਚ ਲਿਆਂਦਾ ਵੀ ਐਮਐਲਏ ਸਾਹਿਬ ਇਹ ਤਾਂ 25% ਹੀ ਕੰਮ ਪਏ ਆ ਮੰਡੀ ਦੇ, 75% ਤਾਂ ਹਜੇ ਬਾਕੀ ਪਏ ਆ। ਐਮਐਲਏ ਸਾਹਿਬ ਨੇ ਮੈਨੂੰ ਕਿਹਾ ਵੀ ਮੁੰਨੇ, ਜਿਹੜੇ ਵੀ ਐਮਸੀ ਦੇ ਜਿਹੜੇ ਵੀ ਮੰਡੀ ਦੇ ਕੰਮ ਬਕਾਇਦਾ ਬਾਕੀ ਰਹਿੰਦੇ ਆ, ਤੁਸੀਂ ਉਹ ਲਿਸਟ ਬਣਾ ਕੇ ਲਿਆਓ
ਤੇ ਮੈਨੂੰ ਦਿਓ, ਮੈਂ ਆਪੇ ਪਾਸ ਕਰਾ ਕੇ ਲੈ ਕੇ ਆਉਂਗਾ। ਤੇ ਮੈਂ ਉਹ ਲਿਸਟ ਐਮਐਲਏ ਸਾਹਿਬ ਨੂੰ ਨਥਾਣੇ ਵਿਖੇ ਦੇ ਕੇ ਵੀ ਆਇਆ ਹਾਂ। ਤਾਂ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਮਨੋਜ ਕੁਮਾਰ ਮੁੰਨਾ ਨੇ ਦੱਸਿਆ ਔਰ ਕਿਹਾ ਕਿ ਉਹਨਾਂ ਦੀ ਗੈਰ ਹਾਜ਼ਰੀ ਦਾ ਕਾਰਨ ਕੀ ਰਿਹਾ। ਉਹਨਾਂ ਨੇ ਆਪਦੀ ਗੈਰ ਹਾਜ਼ਰੀ ਦਾ ਕਾਰਨ ਇਹ ਹੀ ਦੱਸਿਆ ਕਿ ਜ਼ਿਆਦਾਤਰ ਉਹ ਜਿਹੜੇ ਵੀ ਉਦਘਾਟਨ ਸਮਾਰੋਹ ਹੁੰਦੇ ਹਨ ਉੱਥੇ ਨਹੀਂ ਜਾਂਦੇ। ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਨਾਲ ਹੀ ਖੜਾ ਹਾਂ। ਤੇ ਨਾਲ ਉਹਨਾਂ ਨੇ ਨਗਰ ਕੌਂਸਲ ਦੇ ਕਾਰਜਕਾਰੀ ਤੇ ਵੀ ਪ੍ਰਸ਼ਨ ਚਿੰਨ੍ਹ ਲਗਾਏ ਹਨ, ਜਿੱਥੇ ਉਹਨਾਂ ਨੇ ਮਸ਼ੀਨ ਨੂੰ ਲੈ ਕੇ, ਫੋਗਿੰਗ ਮਸ਼ੀਨ ਨੂੰ ਲੈ ਕੇ ਵੀ ਪ੍ਰਸ਼ਨ ਚਿੰਨ੍ਹ ਉਠਾਏ ਨੇ। ਇਹਨਾਂ ਪ੍ਰਸ਼ਨਾਂ ਦਾ ਜਵਾਬ ਆਪਾਂ ਨਗਰ ਕੌਂਸਲ ਦੇ ਪ੍ਰਧਾਨ ਮਨਮੋਹਨ ਢੀਂਗੜਾ ਤੋਂ ਲਵਾਂਗੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਉਹ ਇਹਨਾਂ ਪ੍ਰਸ਼ਨਾਂ ਦਾ ਉੱਤਰ ਕੀ ਦੇ ਰਹੇ ਹਨ ਅਤੇ ਕਿਸ ਤਰ੍ਹਾਂ ਉਹ ਜਵਾਬ ਦੇ ਰਹੇ ਹਨ, ਇਹ ਮੈਂ ਤੁਹਾਡੇ ਰੂਬਰੂ ਬਹੁਤ ਹੀ ਜਲਦੀ ਕਰਵਾਵਾਂਗਾ।